ਸਵਾਗਤ ਹੈ ਦੋਸਤੋ ਤੁਹਾਡਾ ਆਪਣਾ ਸਾਂਝਾ ਪੰਜਾਬ ਟੀਵੀ ਤੇ ਮੈਂ ਹਾਂ ਭੁਪਿੰਦਰ ਸਿੰਘ ਸੱਜਣ। ਦੋਸਤੋ ਇੱਕ ਬੜੇ ਹੀ ਅਹਿਮ ਵਿਸ਼ੇ ਵੱਲ ਮੈਂ ਤੁਹਾਡਾ ਧਿਆਨ ਲੈ ਕੇ ਜਾਣਾ ਚਾਹੁੰਦਾ। ਸ਼ਾਇਦ ਤੁਹਾਡੇ ਵਿੱਚੋਂ ਬਹੁਤਿਆਂ ਨੂੰ ਇਹ ਲੱਗਦਾ ਹੋਊਗਾ ਕਿ ਹੈਡਿੰਗ ਸਾਨੂੰ ਕੁਝ ਜਚਿਆ ਨਹੀਂ ਹੈਗਾ ਵੀ ਕੀ ਸਾਡੇ ਬੱਚੇ ਜਿਹੜੇ ਹੈਗੇ ਨੇ ਅਸੀਂ ਉਹਨਾਂ ਨੂੰ ਕੋਈ ਖਿਡੌਣੇ ਜਾਂ ਕੁਝ ਸਮਾਨ ਖੇਡਣ ਵਾਲਾ ਇਦਾਂ ਦਾ ਲੈ ਕੇ ਦਿੰਨੇ ਆ ਜਿਹਦੀ ਵਜ੍ਹਾ ਕਰਕੇ ਲੋਕਾਂ ਦੀਆਂ ਜਾਨਾਂ ਵੀ ਜਾ ਸਕਦੀਆਂ ਨੇ। ਸ਼ਾਇਦ ਸਾਨੂੰ ਬਹੁਤ ਸਾਰਿਆਂ ਨੂੰ ਇਸ ਗੱਲ ਦਾ ਯਕੀਨ ਨਹੀਂ ਹੋਊਗਾ। ਆਓ ਮੈਂ ਤੁਹਾਡਾ ਧਿਆਨ ਲੈ ਕੇ ਜਾਣਾ ਉਸ ਬੰਨੇ। ਆਪਾਂ ਸਾਰੇ ਜਣੇ ਸੋਚਦੇ ਹੈਗੇ ਆ ਕਿ ਸਾਡੇ ਬੱਚੇ ਸਾਡੀ ਗਲੀ ਦੇ ਵਿੱਚ, ਸਾਡੇ ਆਂਢ ਗੁਆਂਢ, ਸਾਡੇ ਮਹੱਲੇ ਦੇ ਵਿੱਚ, ਸਾਡੇ ਸ਼ਹਿਰ ਦੇ ਵਿੱਚ, ਸਾਡੇ ਪਿੰਡ ਦੇ ਵਿੱਚ ਜਿਹੜੇ ਖਿਡੌਣੇ ਹੋਰ ਬੱਚਿਆਂ ਕੋਲ ਹੈਗੇ ਨੇ ਸਾਡੇ ਬੱਚਿਆਂ ਦੇ ਕੋਲ ਵੀ ਉਹ ਸਾਰੇ ਖਿਡੌਣੇ ਹੋਣ। ਚਿੱਤ ਕਰਦਾ ਹਰੇਕ ਮਾਂ ਬਾਪ ਦਾ। ਔਰ ਜਿਹੜੇ ਮਾਤੜ ਹੁੰਦੇ ਨੇ ਉਹ ਤਾਂ ਵਿਚਾਰੇ ਕਈ ਵਾਰ ਤਰਸਦੇ ਆ ਕਿ ਨਹੀਂ ਯਾਰ ਫਲਾਨਾ ਖਿਡੌਣਾ ਫਲਾਣੇ ਬੱਚੇ ਦੇ ਕੋਲ ਹੈਗਾ, ਸਾਡੇ ਬੱਚੇ ਦੇ ਕੋਲ ਕਿਉਂ ਨਹੀਂ ਹੈਗਾ। ਮੈਂ ਬੇਨਤੀ ਕਰਾਂ ਇੱਦਾਂ ਦਾ ਕੁਝ ਵੀ ਨਹੀਂ ਹੈਗਾ। ਇੰਨੀ ਜ਼ਿਆਦਾ ਹੀਣ ਭਾਵਨਾ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੁੰਦੀ ਹੈ। ਪਰਮਾਤਮਾ ਨੇ ਹਰ ਇੱਕ ਨੂੰ ਰੁਜ਼ਗਾਰ ਬਖਸ਼ਿਆ ਹੋਇਆ। ਪਰਮਾਤਮਾ ਕਿਸੇ ਨੂੰ ਥੋੜ੍ਹੀ ਅਤੇ ਕਿਸੇ ਨੂੰ ਜ਼ਿਆਦਾ ਦਾਤ ਦਿੱਤੀ ਹੋਈ ਹੈ। ਆਹ ਦਾਤ ਜਿਹਨੂੰ ਆਪਾਂ ਸਮਝਦੇ ਹਾਂ ਕਿ ਆਰਥਿਕਤਾ ਕਹਿ ਲਓ ਜਾਂ ਮਾਇਆ ਕਹਿ ਲਓ ਵੀ ਮਾਇਆ ਦੀ ਦਾਤ ਕਿਸੇ ਕੋਲ ਜ਼ਿਆਦਾ ਹੈ, ਕਿਸੇ ਦੇ ਕੋਲ ਘੱਟ ਹੈ, ਕਿਸੇ ਕੋਲ ਵੱਧ ਹੈ। ਖੈਰ ਉਹ ਕੋਈ ਐਡਾ ਇਸ਼ੂ ਨਹੀਂ ਹੈਗਾ। ਜਿਹੜੇ ਬੱਚੇ ਹੈਗੇ ਨੇ ਨਾ ਮੈਂ ਬੇਨਤੀ ਕਰਾਂ ਬੱਚੇ ਤੇ ਮਿੱਟੀ ਤਾਂ ਫਰੀ ਹੈ ਨਾ ਜੀ। ਬੱਚੇ ਤਾਂ ਮਿੱਟੀ ਦੇ ਨਾਲ ਵੀ ਖੇਡਦੇ ਨੇ ਔਰ ਬੜੇ ਖੁਸ਼ ਰਹਿੰਦੇ ਨੇ। ਤੁਸੀਂ ਵੇਖੋ ਸੜਕਾਂ ਦੇ ਆਸੇ-ਪਾਸੇ ਤੁਸੀਂ ਕਈ ਵਾਰ ਜਾਂਦੇ ਹੋ ਪਿੰਡਾਂ ਦੇ ਵਿੱਚ, ਤੁਸੀਂ ਜਾ ਕੇ ਵੇਖੋ ਬਿਲਕੁਲ ਹੀ ਮਾਤੜ ਪਰਿਵਾਰਾਂ ਦੇ ਬੱਚੇ ਤੁਹਾਨੂੰ ਮਿੱਟੀ ਨਾਲ ਖੇਡਦੇ ਮਿਲਣਗੇ ਔਰ ਉਹਨਾਂ ਦੇ ਚਿਹਰਿਆਂ ਦੇ ਉੱਪਰ ਤੁਸੀਂ ਦੇਖੋ ਰੌਣਕ ਕਿੰਨੀ ਹੁੰਦੀ ਹੈ। ਹਰ ਵੇਲੇ ਖਿੜੇ, ਹਰ ਵੇਲੇ ਤੰਦਰੁਸਤ ਤੁਹਾਨੂੰ ਮਿਲਣਗੇ ਬੱਚੇ। ਔਰ ਸਾਡੇ ਘਰ ਪੱਕੇ ਨੇ, ਪੱਥਰ ਲੱਗੇ ਹੋਏ ਨੇ। ਔਰ ਸਾਡੇ ਬੱਚਿਆਂ ਦੇ ਕੋਲ ਅਸੀਂ ਪਰਿਵਾਰਾਂ ਦੇ ਵਿੱਚ ਘਰਾਂ 'ਚ ਨਿਗਾਹ ਮਾਰ ਕੇ ਵੇਖਿਓ, ਆਪਾਂ ਸਾਰੇ ਜਣੇ ਨਿਗਾਹ ਮਾਰ ਕੇ ਵੇਖੀਏ ਕਿੰਨੇ ਮਹਿੰਗੇ ਖਿਡੌਣੇ ਅਸੀਂ ਬੱਚਿਆਂ ਨੂੰ ਲੈ ਕੇ ਦਿੰਦੇ ਆ। ਔਰ ਬੱਚਿਆਂ ਦੇ ਤਦ ਵੀ ਪਿੱਟ ਪਟਾਕੇ ਪਏ ਹੁੰਦੇ ਆ। ਮੈਂ ਸ਼ੁੱਧ ਪੰਜਾਬੀ ਜੀ ਦੇ ਵਿੱਚ ਗੱਲ ਕਰਦਾ। ਬੱਚੇ ਤਾਂ ਵੀ ਨਹੀਂ ਖੁਸ਼ ਹੁੰਦੇ ਹੈਗੇ। ਬੱਚਿਆਂ ਦਾ ਸੁਭਾਅ ਬੜਾ ਚਿੜਚਿੜਾ ਹੁੰਦਾ ਹੈਗਾ। ਫਿਰ ਅਸੀਂ ਬਹਿ ਕੇ ਸੋਚਦੇ ਵੀ ਹੱਦ ਹੋ ਗਈ ਯਾਰ, ਇੰਨੇ ਮਹਿੰਗੇ ਖਿਡੌਣੇ ਬੱਚਿਆਂ ਨੂੰ ਲੈ ਕੇ ਦਿੱਤੇ, ਅਸੀਂ ਤਾਂ ਕਰਜ਼ਾਈ ਵੀ ਹੋ ਗਏ। ਆਪਣੇ ਬੱਚੇ ਨੂੰ ਉਹ ਖਿਡੌਣਾ ਲੈ ਕੇ ਦਿੱਤਾ ਇਸ ਮਹੀਨੇ ਜਿਹੜਾ ਇਸ ਮਹੀਨੇ ਅਸੀਂ ਲੈ ਕੇ ਨਹੀਂ ਸੀ ਦੇ ਸਕਦੇ। ਸਾਡਾ ਬਜਟ ਵੀ ਹਿੱਲ ਗਿਆ ਪਰ ਇਹਦੀ ਚੂਲ ਫੇਰ ਨਹੀਂ ਸਿੱਧੀ ਹੁੰਦੀ। ਬੱਚੇ ਫਿਰ ਚਿੜਚਿੜੇ ਸੁਭਾਅ ਦੇ, ਬੱਚੇ ਫਿਰ ਖਿਡੌਣੇ ਨੂੰ ਲੱਤ ਮਾਰਦੇ ਆ, ਫਿਰ ਹੋਰ ਕੁਝ ਭਾਲਦੇ ਆ। ਵਾਏ ਇੱਦਾਂ ਕਿਉਂ ਹੋ ਰਿਹਾ ਹੈਗਾ। ਔਰ ਦੂਜੇ ਬੰਨੇ ਉਹ ਬੱਚੇ ਮਿੱਟੀ ਦੇ ਨਾਲ ਖੇਡ ਕੇ ਬੜੇ ਖੁਸ਼ ਹੈਗੇ ਨੇ। ਉਹਨਾਂ ਦੇ ਕੋਲ ਕੋਈ ਖਿਡੌਣਾ ਨਹੀਂ ਹੈਗਾ, ਮਿੱਟੀ ਦੇ ਘਰ ਬਣਾਈ ਜਾਂਦੇ ਆ ਔਰ ਮਿੱਟੀ ਦੇ ਵਿੱਚ ਹੀ ਖੇਡ ਕੇ ਉਹ ਖੁਸ਼ ਹੈਗੇ ਨੇ। ਖੈਰ ਆਪਾਂ ਗੱਲਬਾਤ ਕਰਦੇ ਹਾਂ ਅੱਜ। ਚਲੋ ਭਈ ਕੀ ਆਪਾਂ ਇਸ ਗੱਲ ਦਾ ਧਿਆਨ ਕਰਦੇ ਹਾਂ ਕਿ ਜਿਹੜੇ ਖਿਡੌਣੇ ਅਸੀਂ ਬੱਚਿਆਂ ਨੂੰ ਹੁਣ ਜੇ ਲੈ ਕੇ ਦੇ ਵੀ ਰਹੇ ਹੈਗੇ ਆ ਤੇ ਕਿਤੇ ਉਹ ਖਿਡੌਣੇ ਲੋਕਾਂ ਦੀ ਜਾਨ ਦੀ ਆਫਤ ਤਾਂ ਨਹੀਂ ਬਣ ਰਹੇ, ਕੀ ਲੋਕਾਂ ਦੀਆਂ ਜਾਨਾਂ ਲੈਣ ਦੀ ਵਜ੍ਹਾ ਤਾਂ ਨਹੀਂ ਬਣ ਰਹੇ। ਆਓ ਸ਼ਾਇਦ ਤੁਹਾਨੂੰ ਬਹੁਤ ਸਾਰਿਆਂ ਨੂੰ ਯਕੀਨ ਆਉਂਦਾ ਹੋਊਗਾ। ਇੱਕ ਖਬਰ ਪਹਿਲਾਂ ਤੁਹਾਨੂੰ ਸੁਣਾ ਦਿੰਦਾ, ਉਸ ਤੋਂ ਬਾਅਦ ਫਿਰ ਆਪਾਂ ਕਰਦੇ ਹਾਂ ਕੁਝ ਗੱਲਾਂ ਬਾਤਾਂ। ਇਹ ਖਬਰ ਥੋੜੀ ਪੁਰਾਣੀ ਹੈ, ਤਕਰੀਬਨ 1 ਮਹੀਨਾ ਪੁਰਾਣੀ ਖਬਰ है। अमृतसर भास्कर अखबार की खबर है। चाइना डोर से स्कूटी सवार का जबड़ा कटा, लगाने पड़े 60 टांके। 60 टांके लगाने पे जी। खबर हैगी आ जी भी सर्दी का मौसम शुरू होते ही लोहड़ी से पहले पतंगबाजी में इस्तेमाल हो रही चाइनीज़ डोर से स्कूटी सवार का जबड़ा कट गया। घायल को हॉस्पिटल में एडमिट करवाया गया। खैर चलो खबर लंबी चौड़ी मैं तुसीं इशारा समझ गए होंगे भई जिहड़ी चाइना डोर हैगी आ ਉਹਦੇ ਨਾਲ ਸਕੂਟਰੀ ਦੇ ਉੱਪਰ ਬੰਦਾ ਜਾ ਰਿਹਾ ਸੀਗਾ, ਗੁਰਦੁਆਰਾ ਸਾਹਿਬ ਜਾ ਰਿਹਾ ਸੀਗਾ ਜਾਂ ਆ ਰਿਹਾ ਸੀਗਾ। ਸੋ ਚਾਈਨੀਜ਼ ਜਿਹੜੀ ਡੋਰ ਹੈਗੀ ਆ ਉਹ ਇੱਦਾਂ ਮੂੰਹ ਦੇ ਉੱਪਰ ਫਿਰ ਗਈ। ਆ ਸਾਰੇ ਦਾ ਸਾਰਾ ਜਵਾੜਾ ਤੁਸੀਂ ਫੋਟੋ ਵਿੱਚ ਦੇਖ ਸਕਦੇ ਹੋ, ਅੰਦਾਜ਼ਾ ਲਗਾ ਸਕਦੇ ਹੋ ਕਿ ਕਿੱਦਾਂ ਦੇ ਹਾਲਾਤ ਬਣੇ ਹੋਣਗੇ। 60 ਟਾਂਕੇ ਲਗਾਉਣੇ ਪਏ ਆ। ਪੂਰਾ ਜਬੜਾ ਜਿਹੜਾ ਹੈਗਾ ਪਿੱਛੋਂ ਇੱਥੋਂ ਸ਼ੁਰੂ ਹੋ ਗਿਆ ਅਤੇ ਪਿੱਛੇ ਕੰਨ ਤੱਕ ਫੋਟੋ 'ਚ ਤੁਸੀਂ ਦੇਖ ਸਕਦੇ ਹੋ। ਆਹ ਹਾਲਾਤ ਨੇ। ਇਹ ਇਕੱਲੀ ਇੱਕ ਖਬਰ ਨਹੀਂ ਹੈਗੀ, ਇੱਦਾਂ ਦੀਆਂ ਤੁਸੀਂ ਵੀ ਬਹੁਤ ਸਾਰੀਆਂ ਖਬਰਾਂ ਅਤੇ ਬਹੁਤ ਸਾਰੀਆਂ ਘਟਨਾਵਾਂ ਆਪਣੇ ਆਸੇ-ਪਾਸੇ ਸੁਣੀਆਂ ਅਤੇ ਦੇਖੀਆਂ ਹੋਣਗੀਆਂ ਜਿਨ੍ਹਾਂ ਵਿੱਚ ਕਿਸੇ ਦੇ ਧੌਣ ਦੇ ਉੱਪਰ ਇੱਥੇ ਫਿਰ ਗਈ ਚਾਈਨਾਜ਼ ਡੋਰ ਜਿਹੜੀ ਹੈਗੀ ਆ। ਚਾਈਨਾ ਡੋਰ ਧੌਣ 'ਤੇ ਫਿਰ ਗਈ ਔਰ ਸਾਹ ਨਾਲ ਹੀ ਕੱਟੀ ਗਈ, ਮੌਤ ਹੋ ਗਈ। ਇੱਦਾਂ ਦੀ ਇੱਕ ਘਟਨਾ ਨਹੀਂ, ਇੱਦਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਨੇ। ਪਤੰਗ ਕੀ ਆ ਭਲਾ? ਖਿਡੌਣਾ ਹੀ ਆ ਜੀ ਪਤੰਗ, ਐਂਟਰਟੇਨਮੈਂਟ ਹੀ ਆ ਜੀ, ਮਨੋਰੰਜਨ। ਹੁਣ ਅਸੀਂ ਆਪਣੇ ਬੱਚਿਆਂ ਨੂੰ ਵੇਖੋ ਕਿਸ ਕਿਸਮ ਦੇ ਮਨੋਰੰਜਨ ਦਾ ਸਮਾਨ ਲੈ ਕੇ ਦੇ ਰਹੇ ਹਾਂ, ਖਰੀਦ ਕੇ ਦੇ ਰਹੇ ਹਾਂ। ਅਸੀਂ ਚਾਈਨੀਜ਼ ਡੋਰ ਲੈ ਕੇ ਦੇ ਰਹੇ ਹਾਂ। ਬੱਚਿਓ ਖੇਡੋ, ਇੰਜੋਏ ਕਰੋ ਬਈ। ਬੱਚੇ ਇੰਜੋਏ ਕਰਦੇ ਆ, ਅਸੀਂ ਵੀ ਘਰ 'ਚ ਹੈਗੇ ਆ। ਸਾਡੀ ਤਾਂ ਜਾਨ ਸੁਰੱਖਿਅਤ ਵਾ ਨਾ। ਸਾਡੀ ਦਾਦੀ ਜਿਹੜੀ ਆ ਉਹ ਮੰਜੇ 'ਤੇ ਲੰਮੀ ਪਈ ਹੋਈ ਆ, ਤੰਦਰੁਸਤ ਆ, ਠੀਕ ਆ ਜਿੱਦਾਂ ਵੀ ਆ, ਉਹਨੂੰ ਵੀ ਕੋਈ ਖਤਰਾ ਨਹੀਂ ਹੈਗਾ। ਪਾਪਾ ਜੀ ਗਏ ਹੋਏ ਆ ਕੰਮ 'ਤੇ, ਉਹਨਾਂ ਨੇ ਸ਼ਾਮਾਂ ਨੂੰ ਆਉਣਾ ਹੈਗਾ 8:30 ਵਜੇ। ਔਰ ਮੰਮੀ ਜਿਹੜੀ ਹੈ ਉਹ ਨਾਲ ਸਵੈਟਰ ਬੁਣਦੀ ਪਈ ਆ, ਵਿੱਚ ਚਾਹ ਬਣਾਉਣ ਚੱਲ ਜਾਂਦੀ ਆ। ਪਤੰਗ ਤੇ ਹੋਰ ਲੋਕਾਂ ਦੀਆਂ ਗਲੀਆਂ ਦੇ ਵਿੱਚ ਉੜਦਾ ਪਿਆ ਨਾ, ਉਹ ਹੋਰ ਲੋਕਾਂ ਦੀਆਂ ਛੱਤਾਂ ਦੇ ਉੱਪਰ ਤੁਰਦਾ ਫਿਰਦਾ ਪਤੰਗ ਉੜਦਾ। ਧੌਣ ਕੱਟੂਗੀ ਤਾਂ ਕਿਸੇ ਹੋਰ ਦੀ ਕੱਟੂਗੀ, ਜਵਾੜਾ ਪਾਟੂਗਾ ਕਿਸੇ ਹੋਰ ਦਾ ਪਾਟੂਗਾ, ਅੱਖ ਵਿੱਚ ਫਿਰੂੰਗੀ ਤਾਂ ਕਿਸੇ ਹੋਰ ਦੀ ਫਿਰੂੰਗੀ ਨਾ। ਅਸੀਂ ਸ਼ਾਇਦ ਇਹ ਸੋਚ ਕੇ ਬੈਠੇ ਹਾਂ। ਭਲਿਓ ਆਪਾਂ ਕਦੀ ਇਹ ਸੋਚਿਆ ਵੀ ਕੋਈ ਹੋਰ ਵੀ ਪਤੰਗ ਚੜਾਉਂਦਾ ਹੋਊਗਾ ਔਰ ਸਾਡਾ ਬੱਚਾ ਵੀ ਕੋਠੇ 'ਤੇ ਪਤੰਗ ਚੜਾ ਰਿਹਾ ਹੈਗਾ ਔਰ ਸਾਡਾ ਜਿਹੜਾ ਘਰ ਵਾਲਾ ਹੈਗਾ ਜਾਂ ਸਾਡਾ
ਕੋਈ ਘਰ ਦਾ ਪਰਿਵਾਰ ਦਾ ਕੋਈ ਹੋਰ ਮੈਂਬਰ ਜੇ ਉਹ ਸੱਜੇ ਖੱਬੇ ਕਿਸੇ ਆਪਣੇ ਕੰਮ ਕਰਤੇ ਗਿਆ ਹੋਇਆ, ਜਦੋਂ ਉਹਨੇ ਵਾਪਸ ਆਉਣਾ ਜੇ ਉਹਦੇ ਨਾਲ ਸਾਰਾ ਹਾਦਸਾ ਵਾਪਰ ਜਾਵੇ ਫੇਰ ਭਲਾ ਕੀ ਬਣੂਗਾ। ਮੈਂ ਇੱਕ ਬੇਨਤੀ ਕਰਾਂ, ਅਸੀਂ ਇੰਨੇ ਜ਼ਿਆਦਾ ਸਵਾਰਥੀ ਹੋ ਚੁੱਕੇ ਹਾਂ ਜਨਾ, ਅਸੀਂ ਕਿਸੇ ਹੋਰ ਦਾ ਸੋਚਦੇ ਹੀ ਨਹੀਂ ਹੈਗੇ। ਮੈਂ ਬੇਨਤੀ ਕਰਾਂ, ਬਹੁਤ ਸਾਰੇ ਲੋਕ ਤੁਹਾਨੂੰ ਮਿਲਣਗੇ, ਜਦੋਂ ਤੁਸੀਂ ਬਾਤ ਦਲੀਲ ਉਹਨਾਂ ਨਾਲ ਗੱਲ ਕਰਦੇ ਹੋ ਨਾ, ਉਹ ਵਿੱਚ ਕੁਛ ਕੁ ਲੋਕ ਹੁੰਦੇ ਨੇ ਜਿਹੜੇ ਸਮਝਦੇ ਆ ਵੀ ਹਾਂ ਬਈ ਅਸੀਂ ਇਸ ਗੱਲ ਨਾਲ ਐਗਰੀ ਕਰਦੇ ਹਾਂ, ਅਸੀਂ ਸਮਝਦੇ ਹਾਂ, ਅਸੀਂ ਅੱਗੇ ਤੋਂ ਕੋਈ ਇੱਦਾਂ ਦਾ ਕੰਮ ਨਹੀਂ ਕਰਾਂਗੇ ਜਿਹਦੇ ਨਾਲ ਦੂਜਿਆਂ ਨੂੰ ਪਰੇਸ਼ਾਨੀ ਹੋਊਗੀ। ਅਸੀਂ ਕੋਈ ਵੀ ਇੱਦਾਂ ਦਾ ਐਂਟਰਟੇਨਮੈਂਟ, ਕੋਈ ਵੀ ਇੱਦਾਂ ਦਾ ਇੰਜੋਏ, ਕੋਈ ਵੀ ਇੱਦਾਂ ਦਾ ਆਪਾਂ ਆਪਣੇ ਆਨੰਦ ਮਾਣਨ ਵਾਲਾ ਕੰਮ ਨਹੀਂ ਕਰਾਂਗੇ ਜਿਹਦੇ ਨਾਲ ਦੂਜਿਆਂ ਨੂੰ ਤਕਲੀਫ ਹੁੰਦੀ ਹੋਵੇ। ਬਹੁਤ ਘੱਟ ਤੁਹਾਨੂੰ ਲੋਕ ਮਿਲਣਗੇ। ਹਾਂ, ਜੇ ਕੋਈ ਹੋਰ ਕਰਦਾ ਹੈਗਾ ਤੇ ਗਲਤ ਹੈ। ਆਪ ਅਸੀਂ ਤਾਂ ਮੰਨਦੇ ਆ ਜਾ ਕੇ ਜਦੋਂ ਨਾ ਉਹੀ ਕਾਂਡ ਸਾਡੇ ਆਪਣੇ ਘਰ ਵਿੱਚ ਸਾਡੇ ਨਾਲ ਵਾਪਰਦਾ, ਤਾਂ ਜਾ ਕੇ ਸਾਨੂੰ ਯਕੀਨ ਆਉਂਦਾ ਵੀ ਅੱਛਾ ਇੱਦਾਂ ਵੀ ਹੋ ਜਾਂਦੀ ਆ। ਔਰ ਤੁਹਾਨੂੰ ਫਿਰ ਵੀ ਬਹੁਤ ਸਾਰੇ ਪਰਿਵਾਰ ਇੱਦਾਂ ਦੇ ਮਿਲਣਗੇ, ਆਪਣੇ ਘਰ ਵਿੱਚ ਉੱਦਾਂ ਦਾ ਹਾਦਸਾ ਵਾਪਰ ਜਾਵੇ ਨਾ, ਆਪ ਨੂੰ ਵੀ ਤੰਗੀ ਝੱਲਣੀ ਪੈ ਜਾਵੇ, ਤਦ ਵੀ ਨਹੀਂ ਹਟਦੇ। ਸਾਲ ਕਬੀਦਾ ਫਿਰ ਗੱਲ ਗਈ ਆਈ, ਦੁਬਾਰਾ ਫਿਰ ਉਹੀ ਰਾਹ ਪੈ ਜਾਂਦੇ ਹੈਗੇ ਆ। ਇਹ ਖਿਡੌਣੇ ਨੇ ਜਿਹੜੇ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਦੇ ਰਹੇ ਹਾਂ, ਜਿਹੜੇ ਖਿਡੌਣੇ ਲੋਕਾਂ ਦੀ ਜਾਨ ਲੈਣ ਦੀ ਵਜ੍ਹਾ ਬਣ ਰਹੇ ਨੇ। ਆਹ ਤੁਸੀਂ ਖਬਰ ਦੇ ਵਿੱਚ ਦੇਖਿਆ ਕੀ ਹਾਲ। ਇਸ ਤੋਂ ਇਲਾਵਾ ਤੁਸੀਂ ਹੋਰ ਬਹੁਤ ਸਾਰਾ ਇੱਦਾਂ ਦਾ ਹੈਗਾ ਮਟੀਰੀਅਲ, ਖਿਡੌਣੇ ਬਾਜ਼ਾਰਾਂ 'ਚੋਂ ਲੈ ਕੇ ਆਉਂਦੇ ਆ। ਜਦੋਂ ਦੀਵਾਲੀ ਆਉਂਦੀ ਆ, ਤੁਸੀਂ ਦੱਸੋ ਜੀ, ਪਟਾਕੇ ਚਲਾਉਂਦੇ ਆਪਾਂ ਸਾਰੇ ਜਣੇ, ਪਟਾਕੇ ਚਲਾਉਂਦੇ ਆ, ਆਤਿਸ਼ਬਾਜ਼ੀ ਚਲਾਉਂਦੇ ਆ, ਇਹਦਾ ਹੱਥ ਫੜੀ ਸ਼ੁਰ ਕਰਕੇ ਚੱਲ ਉੱਧਰ। ਕਦੀ ਕਿਸੇ ਦੇ ਪਰਾਲੀ ਨੂੰ ਅੱਗ ਲੱਗਦੀ ਹੈ, ਕਦੀ ਕਿਸੇ ਦੇ ਕੁੱਪ ਨੂੰ ਅੱਗ ਲੱਗਦੀ ਹੈ, ਪਿੰਡਾਂ ਦੇ ਵਿੱਚ ਗੱਲ ਕਰ ਰਿਹਾ, ਕਦੀ ਕਿਸੇ ਦੇ ਘਰੇ ਜਾ ਕੇ ਵੜ ਗਈ ਆਤਿਸ਼ਬਾਜ਼ੀ, ਕਦੀ ਕਿਸੇ ਬੱਚੇ ਦਾ ਹੱਥ ਸੜ ਗਿਆ, ਕਦੀ ਕੁਛ ਤੇ ਕਦੀ ਕੁਛ। ਇੱਦਾਂ ਦੀਆਂ ਘਟਨਾਵਾਂ ਵੀ ਤੁਹਾਨੂੰ ਪੜ੍ਹਨ ਸੁਣਨ ਤੇ ਦੇਖਣ ਨੂੰ ਮਿਲਦੀਆਂ ਨੇ, ਅਕਸਰ ਮਿਲਦੀਆਂ ਨੇ। ਆਪਾਂ ਹਟ ਗਏ ਭਲਾ? ਨਹੀਂ ਹਟੇ। ਸਾਨੂੰ ਕੋਈ ਸਾਡੇ ਨਾਲ ਥੋੜ੍ਹੀ ਵਾਪਰਿਆ, ਕਿਸੇ ਦੇ ਨਾਲ ਵਾਪਰਿਆ। ਸਾਡੇ ਬੱਚੇ ਨੇ ਆਤਿਸ਼ਬਾਜ਼ੀ ਚਲਾਈ, ਕਿਸੇ ਦੀ ਦੁਕਾਨ ਦੇ ਵਿੱਚ ਜਾ ਕੇ ਵੜ ਗਈ, ਸਮਾਨ ਅਗਲੇ ਦਾ ਸੜਿਆ ਨਾ, ਸਾਡਾ ਥੋੜ੍ਹੀ ਕੁਛ ਵੀ ਗਿਆ। ਅਸੀਂ ਇਹ ਸੋਚ ਕੇ ਬੈਠੇ ਹਾਂ। ਅਸੀਂ ਇਹ ਨਹੀਂ ਸੋਚਦੇ ਹੈਗੇ ਕਿ ਜਿਹੜੀ ਉਹ ਅੱਗ ਗੁਆਂਢੀਆਂ ਦੇ ਘਰੇ ਲੱਗੀ ਹੈ ਨਾ, ਉਹ ਅੱਜ ਨਹੀਂ ਤੇ ਕੱਲ੍ਹ ਸਾਡੇ ਘਰੇ ਵੀ ਆ ਜਾਣੀ ਆ। ਇੱਦਾਂ ਹੀ ਆ ਜੀ। ਸੋਚ ਕੇ ਵੇਖੋ, ਲੋਕਾਂ ਦੀ ਜਾਨ ਲੈਣ ਦੀ ਵਜ੍ਹਾ ਬਣ ਰਹੇ ਨੇ ਉਹ ਖਿਡੌਣੇ ਜਿਹੜੇ ਅਸੀਂ ਆਪਣੇ ਬੱਚਿਆਂ ਨੂੰ ਮਨੋਰੰਜਨ ਦੇ ਨਾਂ ਦੇ ਉੱਪਰ ਖਰੀਦ ਕੇ ਲੈ ਕੇ ਦਿੰਦੇ ਹਾਂ। ਕਦੀ ਸੋਚਿਆ ਆਪਣੇ ਵੱਲੇ ਆਪਾਂ ਕੀ ਕਰ ਰਹੇ ਹਾਂ? ਇਸ ਤੋਂ ਇਲਾਵਾ ਹੋਰ ਬਹੁਤ ਕੁਛ ਇੱਦਾਂ ਦਾ ਹੈਗਾ। ਅਸੀਂ ਆਂਢ ਗੁਆਂਢ, ਗਲੀ ਮੁਹੱਲੇ, ਸਾਡੇ ਬੱਚੇ ਇੱਦਾਂ ਦੇ ਖਿਡੌਣਿਆਂ ਨਾਲ ਖੇਡਦੇ ਆ ਜਿਹੜੇ ਸਾਰੇ ਮੁਹੱਲੇ ਨੂੰ ਤੇ ਸਾਰੇ ਪਿੰਡ ਨੂੰ ਐਨ ਪੂਰੀ ਤਰ੍ਹਾਂ ਤੰਗ ਕਰਨ ਦੀ ਵਜ੍ਹਾ ਬਣੇ ਹੁੰਦੇ ਆ। ਹੁਣ ਮੂੰਹ ਤੇ ਕੋਈ ਇੱਕ ਦੂਜੇ ਨੂੰ ਕੋਈ ਕੁਛ ਕਹਿੰਦਾ ਨਹੀਂ ਹੈਗਾ, ਉਹ ਇੱਕ ਅੱਡ ਗੱਲ ਵਾ। ਹਰ ਕੋਈ ਤੰਗ ਆ, ਇੱਧਰ ਵਾਲੇ ਉਹਨਾਂ ਤੋਂ ਤੰਗ ਵਾ, ਉੱਧਰ ਵਾਲੇ ਉਹਨਾਂ ਤੋਂ ਤੰਗ ਵਾ। ਡਿਸਕਸ ਕਰਨ ਨੂੰ ਕੋਈ ਤਿਆਰ ਨਹੀਂ ਹੈਗਾ। ਕਿਉਂ ਨਹੀਂ ਭਲਾ? ਕਿਉਂਕਿ ਅਸੀਂ ਆਪ ਵੀ ਉਹ ਸਾਰਾ ਕੁਛ ਕਰਨਾ ਹੈਗਾ ਆ ਜਿਹੜਾ ਉਹ ਕਰਦੇ ਆ। ਸਾਨੂੰ ਇਹ ਵੀ ਆ ਵੀ ਜੇ ਮੈਂ ਉਹਨੂੰ ਰੋਕਿਆ ਤੇ ਫਿਰ ਮੈਨੂੰ ਵੀ ਰੁਕਣਾ ਪੈਣਾ ਕੱਲ੍ਹ ਨੂੰ, ਤੇ ਮੈਂ ਵੀ ਆਹੀ ਕੰਜਰ ਘਾਟ ਜਾ ਕਰਨਾ ਹੈਗਾ ਆ। ਇੱਦਾਂ ਹੀ ਆ ਨਾ ਜੀ ਸਾਰਾ ਕੁਛ। ਇਹ ਛੋਟੇ ਛੋਟੇ ਖਿਡੌਣੇ ਆ, ਮੁੜ ਕੇ ਆਦਤਾਂ ਪੱਕ ਜਾਂਦੀਆਂ ਨੇ। ਫਿਰ ਜਦੋਂ ਵੱਡੇ ਹੋ ਜਾਂਦੇ ਆ, ਫਿਰ ਡੀਜੇ, ਅੱਧੀ ਰਾਤ ਤੱਕ ਡੀਜੇ ਗੰਦਿਆਂ ਗੀਤਾਂ ਦੀਆਂ ਤਰਜ਼ਾਂ ਦੇ ਉੱਪਰ ਨੱਚਦੇ ਹਾਂ ਅਸੀਂ ਵੀ। ਮੈਂ ਕਹਿੰਦਾ ਨੱਚੋ, ਪੈਲੇਸ ਬਣੇ ਹੋਏ ਆ, ਕੌਣ ਰੋਕਦਾ ਭਲਾ? ਉੱਥੇ ਜਾ ਕੇ ਨੱਚੋ, ਭਾਵੇਂ ਸਾਰੀ ਰਾਤ ਨੱਚੀ ਚਲੋ ਨਾ, ਕੋਈ ਰੋਕਦਾ ਕਿਸੇ ਨੂੰ? ਇੱਥੇ ਸਾਰੇ ਪਿੰਡ ਨੂੰ ਐਨ ਪੂਰੀ ਤਰ੍ਹਾਂ ਪੜ੍ਹਨੇ ਪਾਇਆ ਹੁੰਦਾ ਆ, ਪਰ ਕੋਈ ਵੀ ਨਹੀਂ ਰੋਕਦਾ। ਜੇ ਕੋਈ ਬਿਮਾਰ ਵਾ ਨਾ ਆਪ ਘਰ ਦੇ ਵਿੱਚ, ਉਹਨੂੰ ਫਿਕਰ ਹੁੰਦੀ ਇਸ ਗੱਲ ਦੀ ਕਿ ਹਾਂ ਬਈ ਮੈਂ ਬਹੁਤ ਜ਼ਿਆਦਾ ਔਖਾ ਹੈਗਾ ਯਾਰ, ਕੰਨਾਂ ਦੇ ਵਿੱਚ ਵੱਜਦਾ, ਸਿਰ ਪਾੜਦਾ, ਹਾਏ ਮੇਰੇ BP, ਮੇਰੇ ਦਿਲ ਦੀ ਧੜਕਣ ਰੁਕਦੀ ਜਾਂਦੀ ਹੈ ਜਦੋਂ ਆਪ ਬਿਮਾਰ ਹੁੰਦੇ ਆ। ਜਦੋਂ ਆਪਣੀ ਵਾਰੀ ਆਉਂਦੀ ਹੈ, ਆਪ ਠੀਕ ਹਾਂ, ਤੰਦਰੁਸਤ ਹਾਂ, ਫੇਰ ਭਲਾ ਕੋਈ ਕਿਸੇ ਦੀ ਪਰਵਾਹ ਕਰਦਾ? ਕੋਈ ਨਹੀਂ ਪਰਵਾਹ। ਅਗਲਾ ਕਹਿੰਦਾ ਜਦੋਂ ਮੈਂ ਬਿਮਾਰ ਹੋਊਂਗਾ ਫਿਰ ਵੇਖੀ ਜਾਊਂਗੀ। ਮਤਲਬ ਜਦੋਂ ਤੰਦਰੁਸਤ ਹੋ ਆਪਾਂ, ਜਦੋਂ ਬਿਲਕੁਲ ਫਿੱਟ ਹੈ, ਜਦੋਂ ਬਿਲਕੁਲ ਠੀਕ ਹੈ, ਜਦੋਂ ਦਿਮਾਗ ਬਿਲਕੁਲ ਦਰੁਸਤ ਹੈ, ਕੰਮਕਾਰ ਵਧੀਆ ਕਰ ਰਿਹਾ ਹੈਗਾ, ਉਸ ਵੇਲੇ ਅਸੀਂ ਦੂਜਿਆਂ ਦੀਆਂ ਸੁੱਖਾਂ ਦਾ ਪਹਿਲਾਂ ਧਿਆਨ ਕਰਕੇ ਫਿਰ ਅਸੀਂ ਆਪਣਾ ਇੰਜੋਏ ਕਰਕੇ ਵੇਖੀਏ ਇੱਕ ਵਾਰੀ। ਤੁਸੀਂ ਦੇਖਿਓ, ਇਹਨੂੰ ਕਹਿੰਦੇ ਆ ਸੱਚਾ ਔਰ ਸੁੱਚਾ ਸਕੂਨ, ਪੱਕਾ ਸਕੂਨ, ਅੰਦਰਲੀ ਖੁਸ਼ੀ ਉਹਨੂੰ ਕਹਿੰਦੇ ਹੈਗੇ। ਆਹ ਖੁਸ਼ੀ ਤੇ 2 ਮਿੰਟ ਦੀ ਖੁਸ਼ੀ ਹੈ, ਉਸ ਤੋਂ ਬਾਅਦ ਤੂੰ ਕੌਣ ਤੇ ਮੈਂ ਕੌਣ। ਇਹ ਖੁਸ਼ੀ ਸਦੀਵੀ ਨਹੀਂ ਹੈਗੀ। ਸ਼ਾਇਦ ਇਸੇ ਕਰਕੇ ਸਾਡੇ ਬੱਚਿਆਂ ਦੇ ਚਿਹਰਿਆਂ ਦੇ ਉੱਪਰ ਉਹ ਨੂਰ ਨਹੀਂ ਹੈਗਾ, ਕਿਉਂਕਿ ਅਸੀਂ ਉਹ ਖੁਸ਼ੀ ਭਾਲਦੇ ਹਾਂ, ਅਸੀਂ ਉਸ ਖੁਸ਼ੀ ਦਾ ਸਮਾਨ ਬੱਚਿਆਂ ਨੂੰ ਪ੍ਰੋਵਾਈਡ ਕਰਵਾ ਕੇ ਦੇ ਰਹੇ ਹਾਂ ਜਿਹੜੀਆਂ ਖੁਸ਼ੀਆਂ ਸਦੀਵੀ ਨਹੀਂ, ਜਿਹੜੀਆਂ ਪਲ ਭਰ ਦੀਆਂ ਖੁਸ਼ੀਆਂ ਨੇ। ਪਲ ਭਰ ਖੁਸ਼ੀ ਲਈ ਉਸ ਤੋਂ ਬਾਅਦ ਬੱਚੇ ਦਾ ਮੂੰਹ ਫੇਰ ਟੇਢੇ ਦਾ ਟੇਢਾ। ਇੱਦਾਂ ਹੁਣ ਆਪਾਂ ਗੱਲ ਕਰਦੇ ਹਾਂ। ਇਸ ਤੋਂ ਇਲਾਵਾ ਹੋਰ ਬਹੁਤ, ਤੁਸੀਂ ਲੰਬੀ ਲਿਸਟ ਆ ਬਹੁਤ ਜ਼ਿਆਦਾ, ਜਿੰਨੀ ਮੈਂ ਮਰਜ਼ੀ ਗੱਲ ਲੰਬੀ ਕਰੀ ਜਾਵਾਂ। ਹੋਲੀ ਆਉਂਦੀ ਹੈ ਜੀ, ਹੋਲੀ ਮਨਾਉਂਦੇ ਆਪਾਂ, ਹੋਲੀ ਖੇਡਦੇ ਆ ਬੱਚੇ, ਸਕੂਟਰਾਂ ਮੋਟਰਸਾਈਕਲਾਂ ਦੇ ਉੱਪਰ ਸਵਾਰ ਹੋ ਕੇ ਇੱਦਾਂ ਮੁੱਠ ਭਰੀ, ਇੱਦਾਂ ਮੋਟਰਸਾਈਕਲ ਦੇ ਉੱਪਰ ਮੁੱਠ ਭਰੀ, ਚੱਲ ਅਗਲੀ ਦੀ ਅੱਖ ਦੇ ਵਿੱਚ, ਮੋਹਰਿਓ ਕੋਈ ਆ ਰਿਹਾ ਹੈਗਾ, ਚੱਲ ਸਿੱਧੀ ਉਹਦੀ ਅੱਖ ਦੇ ਵਿੱਚ। ਅਗਲਾ ਭਾਵੇਂ ਅਨਬੈਲੈਂਸ ਹੋ ਕੇ ਜਦੋਂ ਅੱਖ ਦੇ ਵਿੱਚ ਉਹ ਰੰਗ ਪਾਊਗਾ, ਅਨਬੈਲੈਂਸ ਹੋਊਗਾ ਅਗਲਾ ਸਕੂਟਰ ਮੋਟਰਸਾਈਕਲ, ਅਨਬੈਲੈਂਸ ਹੋ ਕੇ ਅਗਲਾ ਕਿਸੇ ਹੋਰ ਵਿੱਚ ਮਾਰੂਗਾ, ਐਕਸੀਡੈਂਟ ਹੁੰਦਾ। ਬਹੁਤ ਸਾਰੀਆਂ ਇੱਦਾਂ ਦੀਆਂ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਨੇ, ਪਰ ਮਜਾਲ ਹੈ ਸਾਡੀ ਸਿਹਤ ਦੇ ਉੱਪਰ ਅਸਰ ਹੋ ਜਾਵੇ, ਅਸੀਂ ਫਿਰ ਵੀ ਕੋਈ ਨਹੀਂ ਹਟਦੇ। ਹੁਣ ਵੀ ਮਜਾਲ ਹੈ, ਮੈਂ ਗੱਲ ਕਰੀ ਜਾਣੀ ਆ, ਸੁਣਨ ਵਾਲੇ ਸੁਣਨੀ ਆ, ਕਿਸੇ ਨੂੰ ਵਧੀਆ ਲੱਗਣੀ ਆ, ਕਿਸੇ ਨੇ ਸ਼ੇਅਰ ਵੀ ਕਰ ਦੇਣੀ ਆ, ਕਿਸੇ ਨੇ ਕਹਿਣਾ ਉਹ ਐਵੇਂ ਹੀ ਰੌਲਾ ਪਾਉਂਦਾ ਰਹਿੰਦਾ, ਇਹ ਕਿਹੜੀ ਐਡੀ ਗੱਲ ਵਾ। ਇੱਦਾਂ ਦੇ ਹੋਰ ਬਥੇਰੇ ਰੌਲਾ ਪਾਉਂਦੇ ਆ। ਜਦੋਂ ਆਪਣੇ ਨਾਲ ਬੀਤਦੀਆਂ ਨਾ,
ਫਿਰ ਚੇਤੇ ਆਉਂਦੀ ਜਦੋਂ ਬੰਦਾ ਆਪ ਮੰਜੇ ਤੇ ਲੰਮਾ ਪਿਆ ਹੁੰਦਾ ਨਾ, ਜਦੋਂ ਸਿਆਣੀ ਉਮਰ ਦੇ ਵਿੱਚ ਜਾਂਦਾ। ਆ ਜਵਾਨੀ ਵਿੱਚ ਵੀ ਕਈ ਵਾਰ ਬੰਦਾ ਮੰਜੇ ਤੇ ਲੰਮਾ ਪਿਆ ਹੁੰਦਾ, ਫਿਰ ਚੇਤੇ ਆਉਂਦਾ, ਹਾਏ ਹੁਣ ਮੈਨੂੰ ਪਤਾ ਲੱਗਾ, ਫਿਰ ਚੇਤੇ ਆਉਂਦੀਆਂ ਗੱਲਾਂ। ਫਿਰ ਉਦੋਂ ਤੱਕ ਟਾਈਮ ਲੰਘ ਚੁੱਕਾ ਹੁੰਦਾ। ਉਦੋਂ ਫਿਰ ਬਾਕੀ ਮਹੱਲੇ ਵਾਲੇ ਸਾਰੇ ਉਹ ਵੀ ਨਹੀਂ ਹਟਦੇ। ਫਿਰ ਅਗਲੇ ਕਹਿੰਦੇ ਅੱਛਾ ਹੁਣ ਤੈਨੂੰ ਚੇਤਾ ਆਇਆ, ਆਪਣੀ ਵਾਰੀ ਤੈਨੂੰ ਚੇਤਾ ਆ ਗਿਆ ਹੋਣਾ ਨਾ, ਉਹ ਆਪਣੀ ਵਾਰੀ ਤੂੰ ਕੀ ਕਰਦਾ ਸੀ ਭਲਾ। ਸੋ ਮੈਂ ਬੇਨਤੀ ਕਰ ਸਾਰਿਆਂ ਨੂੰ ਸਮਝਣ ਦੀ ਜ਼ਰੂਰਤ ਹੈਗੀ ਆ। ਹੁਣ ਆਪਾਂ ਗੱਲ ਕਰਦੇ ਹਾਂ ਸਰਕਾਰਾਂ ਦੀ। ਹੁਣ ਆ ਜਿਹੜੀਆਂ ਚਾਈਨੀਜ਼ ਡੋਰਾਂ ਹੈਗੀਆਂ ਨੇ, ਚਾਈਨੀਜ਼ ਡੋਰ ਸਰਕਾਰ ਕਹਿੰਦੀ ਆ, ਅਖਬਾਰਾਂ 'ਚ ਬਿਆਨ ਵੀ ਲੱਗਦਾ, ਚਾਈਨੀਜ਼ ਡੋਰ ਨਾ ਖਰੀਦੋ, ਫਲਾਨਾ ਨਾ ਕਰੋ, ਟਮਕਾਨਾ। ਚਾਈਨੀਜ਼ ਡੋਰ ਬਣਦੀ ਕਿੱਥੇ ਆ ਭਲਾ ਜੀ? ਕੋਈ ਤਾਂ ਬਣਾਉਂਦਾ ਹੀ ਆ ਨਾ ਜੀ। ਸਰਕਾਰਾਂ ਨੂੰ ਏਜੰਸੀਆਂ ਇਹਨਾਂ ਦੇ ਕੋਲ ਆ, ਸਾਰਾ ਕੁਛ ਇਹਨਾਂ ਦੇ ਕੋਲ ਹੈਗਾ। ਕਿਹੜੀ ਚੀਜ਼ ਕਿੱਥੇ ਤਿਆਰ ਹੁੰਦੀ ਆ, ਮੈਂ ਕਦੀ ਵੀ ਨਹੀਂ ਮੰਨਦਾ ਇਸ ਗੱਲ ਨੂੰ ਕਿ ਉਹਨਾਂ ਨੂੰ ਨਾ ਪਤਾ ਹੋਵੇ। ਸਰਕਾਰਾਂ ਨੂੰ ਸਭ ਕੁਝ ਪਤਾ ਹੁੰਦਾ। ਜੇ ਸਰਕਾਰਾਂ ਨੂੰ ਸੱਚਮੁੱਚ ਲੋਕਾਂ ਦੀ ਜਾਨ ਦੀ ਪਰਵਾਹ ਹੈ, ਜੇ ਲੋਕ ਇੱਕ ਦੂਜੇ ਦੀ ਜ਼ਿੰਦਗੀ ਦੀ ਪਰਵਾਹ ਨਹੀਂ ਕਰਦੇ ਹੈਗੇ, ਤਾਂ ਸਰਕਾਰਾਂ ਨੂੰ ਕਾਹਦੇ ਵਾਸਤੇ ਚੁਣਿਆ ਗਿਆ ਭਲਾ ਜੀ? ਸਰਕਾਰਾਂ ਕੀ ਲੋਕਾਂ ਦੀ ਜਾਨ ਮਾਲ ਦੀ ਹਿਫਾਜ਼ਤ ਕਰਨ ਵਾਸਤੇ ਨਹੀਂ ਹੁੰਦੀਆਂ? ਕਿੰਨਾ ਕੁ ਕਰਦੀਆਂ ਨੇ? ਉਹਨਾਂ ਨੂੰ ਪਤਾ ਹੈ ਕਿ ਕਿੱਥੇ ਚਾਈਨੀਜ਼ ਡੋਰ ਬਣ ਰਹੀ ਹੈ। ਤੁਸੀਂ ਕਹਿੰਦੇ ਖਰੀਦੋ ਨਾ, ਮੈਂ ਕਹਿੰਦਾ ਜੀ ਬਣਨ ਹੀ ਨਾ ਦਿਓ। ਤੁਸੀਂ ਕਹਿੰਦੇ ਖਰੀਦੋ ਨਾ, ਮੈਂ ਕਹਿੰਦਾ ਬਣਨ ਹੀ ਨਾ ਦਿਓ। ਨਾ ਬਣੂਗੀ, ਨਾ ਬਾਜ਼ਾਰ 'ਚ ਆਊਗੀ, ਨਾ ਦੁਕਾਨ ਵਾਲੇ ਰੱਖ ਕੇ ਵੇਚਣਗੇ, ਤਾਂ ਨਾ ਕੋਈ ਖਰੀਦੂਗਾ, ਤੇ ਨਾ ਕੋਈ ਇਦਾਂ ਦੇ ਹਾਦਸੇ ਵਾਪਰਨਗੇ ਵੀ ਕਿਸੇ ਦੀ ਧੌਣ ਵਿੱਚ ਫਿਰ ਗਈ, ਧੌਣ ਵੱਢੀ ਗਈ, ਕਿਸੇ ਦੇ ਜਵਾੜੇ ਵਿੱਚ ਚਾਈਨੀਜ਼ ਡੋਰ ਫਿਰ ਗਈ, ਜਵਾੜਾ ਕੱਟਿਆ ਗਿਆ, ਵੱਢਿਆ ਗਿਆ, ਤੇ 60 ਟਾਂਕੇ ਲਾਉਣੇ ਪਏ। ਆਪ ਹੀ ਨਾ ਸਾਰਾ ਕੁਝ ਵਾਪਰੇ। ਸੋ ਸਰਕਾਰ ਆਪਣੀ ਮੁੱਢਲੀਆਂ ਜ਼ਿੰਮੇਵਾਰੀਆਂ ਤੋਂ ਭੱਜਦੀ ਹੈ ਨਾ ਜਦੋਂ, ਉਹ ਉਸ ਵੇਲੇ ਫਿਰ ਇਸ ਕਿਸਮ ਦੇ ਸਾਰੇ ਵਰਤਾਰੇ ਵਾਪਰਦੇ ਆ। ਲੋਕ ਭਲਾ ਲੋਕਾਂ ਦੀ ਕਿੰਨੀ ਕੁ ਪਰਵਾਹ ਕਰਦੇ ਆਪਾਂ ਸਾਰੇ ਜਾਣਦੇ ਹੀ ਆ ਭਲੀ ਭਾਂਤ। ਗੱਲ ਲੁਕੀ ਛਿਪੀ ਕੋਈ ਨਹੀਂ ਹੈਗੀ। ਕਈਆਂ ਨੂੰ ਹੋ ਸਕਦਾ ਮਾੜੀ ਲੱਗੇ ਗੱਲ, ਪਹਿਲੇ ਬਹੁਤ ਮਾੜੀ ਗੱਲ ਹੈਗੀ ਆ ਇਹ। ਆਪ ਨਹੀਂ ਤਾਂ ਆਪਣੇ ਅੰਦਰ ਝਾਤ ਮਾਰ ਕੇ ਵੇਖ ਲਓ। ਅਸੀਂ ਕੋਈ ਵੀ ਕੰਮ ਕਰਦੇ ਹਾਂ, ਸਵੇਰ ਤੋਂ ਲੈ ਕੇ ਰਾਤ ਤੱਕ ਦਾ ਕੋਈ ਵੀ ਕੰਮ ਲਾ ਲਓ, ਕੋਈ ਵੀ ਕੰਮ ਲਾ ਲਓ, ਠੀਕ ਹੈ। ਜਿਹੜੇ ਕਰਦੇ ਨੇ ਮੈਂ ਉਹਨਾਂ ਦੇ ਅੱਗੇ ਮੇਰਾ ਸਿਰ ਝੁਕਦਾ, ਜਿਹੜੇ ਪ੍ਰਵਾਹ ਕਰਦੇ ਇਸ ਗੱਲ ਦੀ। ਆਮ ਕਰਕੇ ਆਪਾਂ ਸਾਰੇ ਜਾਣੇ ਆਪਾਂ ਪੜਚੋਲ ਕੇ ਵੇਖੀਏ ਕਿ ਕੀ ਮੈਂ ਸਵੇਰ ਤੋਂ ਲੈ ਕੇ ਰਾਤ ਤੱਕ ਆਪਣੇ ਬੱਚਿਆਂ ਸਮੇਤ ਆਪਣੀ ਜ਼ਿੰਦਗੀ ਦੇ ਜਿੰਨੇ ਵੀ ਕਾਰਜ ਕਰਦਾ ਹੈਗਾ, ਕੀ ਉਹਨਾਂ ਵਿੱਚ ਮੈਂ ਇਸ ਗੱਲ ਦਾ ਧਿਆਨ ਰੱਖਦਾ ਕਿ ਲੋਕਾਂ ਨੂੰ ਮੇਰੇ ਇੰਟਰਟੇਨਮੈਂਟ ਦੀ ਵਜ੍ਹਾ ਕਰਕੇ ਕੋਈ ਪਰੇਸ਼ਾਨੀ ਤਾਂ ਨਹੀਂ ਹੋਊਗੀ? ਕੀ ਅਸੀਂ ਇਸ ਗੱਲ ਦੀ ਪਰਵਾਹ ਕਰਦੇ ਹਾਂ? ਸਮਾਂ ਮੈਂ ਬੇਨਤੀ ਕਰਾਂ, ਉਹ ਗੱਲਾਂ ਨਾਲ ਤੇ ਆਪਾਂ ਸਾਰੇ ਬਹੁਤ ਵੱਡੀਆਂ, ਮੇਰੇ ਵਰਗਾ ਵਧੀਆ ਬੰਦਾ ਕੋਈ ਨਹੀਂ, ਮੇਰੇ ਵਰਗਾ ਚੰਗਾ ਬੰਦਾ ਕੋਈ ਨਹੀਂ, ਮੈਂ ਤੇ ਧਿਆਨ ਰੱਖਦਾ ਪੂਰਾ, ਮੈਂ ਤੇ ਇਹ ਕਰਦਾ, ਮੈਂ ਤੇ ਮਦਦ ਬੜੀ ਕਰਦਾ ਲੋਕਾਂ ਦੀ, ਸਵਾਹ ਮਦਦ ਕਰਦਾ। ਉਹ ਬਜ਼ੁਰਗ, ਮੈਂ ਇੱਕ ਤੁਹਾਨੂੰ ਜਾਂਦੇ ਜਾਂਦੇ ਗੱਲ ਦੱਸਣੀ ਚਾਹੂੰਗਾ। ਇੱਕ ਬਜ਼ੁਰਗ ਜੋੜਾ ਕਿਤੇ ਸਬੱਬ ਬਣਿਆ ਤਾਂ ਮੈਂ ਉਹਨਾਂ ਦੇ ਨਾਲ ਮੁਲਾਕਾਤ ਵੀ ਕਰਵਾਊਂਗਾ। ਉਹ ਕਿਸੇ ਧਾਰਮਿਕ ਸਥਾਨ ਦੇ ਲਾਗੇ ਨਾ ਉਹਨਾਂ ਦਾ ਘਰ ਸੀਗਾ। ਬਜ਼ੁਰਗ ਹੋ ਗਏ ਸੀਗੇ ਬਹੁਤ ਜ਼ਿਆਦਾ, ਬੜੀ ਉੱਚੀ ਆਵਾਜ਼ ਵਿੱਚ ਸਪੀਕਰ ਲੱਗਾ ਹੁੰਦਾ ਸੀਗਾ। ਉਹਨਾਂ ਨੇ ਤਰਲੇ ਜਾ ਕੇ ਕੱਢਣੇ, ਉਹਨਾਂ ਨੂੰ ਕੋਈ ਪ੍ਰੋਬਲਮ ਹੋ ਗਈ ਸੀ, ਦੋਨਾਂ ਨੂੰ ਬਜ਼ੁਰਗਾਂ ਨੂੰ ਮੰਜੇ ਉੱਤੇ ਲੰਮੇ ਪਏ। ਮੈਂ ਬੇਨਤੀ ਕਰਾਂ, ਜੇ ਬੰਦਾ ਕਹਿੰਦਾ ਨਾ ਕਿ ਪਾਠ ਭਗਤੀ ਤੇ ਹੋਰ ਸੰਗੀਤ ਜਿਹੜਾ ਜਿਹਨੂੰ ਆਪਾਂ ਕਹਿੰਦੇ ਪ੍ਰਮਾਤਮਾ ਦੇ ਘਰ ਦੀ ਸਿਫਤ, ਜਦੋਂ ਬੰਦੇ ਦਾ ਨਾ ਤਬੀਅਤ ਇੰਨੀ ਜ਼ਿਆਦਾ ਖਰਾਬ ਹੋਵੇ ਤੇ ਉੱਚੀ ਆਵਾਜ਼ ਵਿੱਚ ਸਪੀਕਰ ਲੱਗੇ ਹੋਣ ਤਾਂ ਉਹ ਵੀ ਨਹੀਂ ਬਰਦਾਸ਼ਤ ਹੁੰਦੇ ਹੈਗੇ, ਉਹ ਵੀ ਨਹੀਂ ਸੁਣਿਆ ਜਾਂਦਾ ਉਸ ਵੇਲੇ, ਇੰਨਾ ਰੌਲਾ ਜਿਹੜਾ ਹੈਗਾ। ਤਰਲੇ ਕੱਢੇ ਜਾ ਕੇ ਉਹਨਾਂ ਨੇ ਕਿ ਕਿਰਪਾ ਕਰਕੇ ਕਹਿੰਦੇ ਸਾਡੇ ਤੇ ਰਹਿਮ ਕਰੋ। ਵੱਡੀ ਕੋਠੀ ਸੀ ਉਹਨਾਂ ਦੀ, ਕਾਫੀ ਮਹਿੰਗੇ ਇਲਾਕੇ ਵਿੱਚ ਰਹਿੰਦੇ ਸੀਗੇ ਉਹ। ਉਹਨਾਂ ਨੂੰ ਆਪਣੀ ਕੋਠੀ ਵੇਚ ਕੇ ਨਾ ਅਖੀਰਲੀ ਉਮਰ ਦੇ ਵਿੱਚ ਉਹਨਾਂ ਨੂੰ ਆਪਣੀ ਕੋਠੀ ਵੇਚ ਕੇ ਛੱਡ ਕੇ ਜਾਣਾ ਪਿਆ ਹੋਰ ਪਾਸੇ, ਬੜੇ ਘਾਟੇ 'ਚ ਵੇਚ ਕੇ ਗਏ ਉਹ। ਕਿਤੇ ਸਬੱਬ ਬਣਿਆ ਤੇ ਮੈਂ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਵਾਊਂਗਾ। ਦੇਖਿਓ ਕਿੰਨੇ ਜ਼ਿਆਦਾ ਵਿਚਾਰੇ ਤੰਗ ਸੀ। ਮੈਂ ਕਈ ਵਾਰ ਸੋਚਦਾ ਹਾਂ ਵੀ ਸਾਡੇ ਧਾਰਮਿਕ ਸਥਾਨ ਜਿਹੜੇ ਨੇ ਉਹ ਲੋਕਾਂ ਦੇ ਦਿਲ ਨੂੰ ਸਕੂਨ ਦੇਣ ਵਾਸਤੇ ਬਣਾਏ ਗਏ ਸੀਗੇ, ਪਰ ਇੱਥੇ ਬਜ਼ੁਰਗਾਂ ਨੂੰ ਅਸੀਂ ਜੇ ਬਿਮਾਰ ਹੈਗੇ ਨੇ, ਅਸੀਂ ਸਾਨੂੰ ਕੋਈ ਪਰਵਾਹ ਹੀ ਕੋਈ ਨਹੀਂ ਹੈਗੀ। ਸੋ ਬੰਦੇ ਨੇ ਬੰਦੇ ਦੀ ਕੀ ਪਰਵਾਹ ਕਰਨੀ ਭਲਾ? ਕੌਣ ਕਰੂੰਗਾ ਭਲਾ? ਜੇ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਨੇ ਤਾਂ ਫਿਰ ਜੇ ਬੰਦੇ ਅਸੀਂ ਆਮ ਨਾਗਰਿਕ, ਅਸੀਂ ਤਾਂ ਫਿਰ ਇੱਕ ਦੂਜੇ ਦਾ ਖਿਆਲ ਰੱਖੀਏ ਨਾ। ਜਾਂ ਫਿਰ ਅਸੀਂ ਸਾਰੇ ਜਣੇ ਦਾ ਮਤਲਬ ਇਹ ਹੋ ਗਿਆ ਵੀ ਅਸੀਂ ਸਾਰੇ ਜਣੇ ਡੰਡੇ ਦੇ ਆਦੀ ਹਾਂ, ਵੀ ਸਰਕਾਰਾਂ ਸਖਤ ਰੁਖ ਅਖਤਿਆਰ ਕਰਨ, ਸਰਕਾਰਾਂ ਡੰਡਾ ਭਰਾਉਣ ਚੰਗੀ ਤਰ੍ਹਾਂ। ਇਹਦਾ ਮਤਲਬ ਇਹ ਬਣ ਗਿਆ ਫਿਰ ਅਸੀਂ ਤਾਂ ਹੀ ਸਿੱਧੇ ਹੋਣ ਵਾਲੇ ਆ, ਅਦਰਵਾਈਜ਼ ਅਸੀਂ ਨਹੀਂ ਸਿੱਧੇ ਹੁੰਦੇ। ਇਹੀ ਮਤਲਬ ਕੱਢਿਆ ਜਾ ਸਕਦਾ ਫਿਰ। ਇਹਦਾ ਮਤਲਬ ਅਸੀਂ ਚਾਹੁੰਦੇ ਹਾਂ ਵੀ ਸਰਕਾਰਾਂ ਸਖਤੀ ਕਰਨ। ਸਰਕਾਰਾਂ ਨਾ ਅਸੀਂ ਜਦੋਂ ਬੱਚੇ ਜਿਹੜੇ ਖਿਡੌਣੇ ਲੈ ਕੇ ਦਿੰਦੇ, ਡੋਰਾ ਇੱਦਾਂ ਦੀ ਲੈ ਕੇ ਦਿੰਦੇ ਆ, ਵੀ ਸਰਕਾਰ ਆਵੇ, ਸਾਡੇ ਘਰੇ ਪੁਲਿਸ ਆਵੇ, ਉਹ ਸਾਡੇ ਨਿਆਣਿਆਂ ਦੇ ਕੋਲੋਂ ਖੋਹ ਕੇ ਲੈ ਕੇ ਜਾਵੇ। ਸਰਕਾਰਾਂ ਆਉਣ, ਉਹ ਸਾਡੇ ਉੱਚੀ ਉੱਚੀ ਆਵਾਜ਼ ਵਿੱਚ ਅੱਧੀ ਰਾਤ ਨੂੰ ਵੱਜਦੇ ਡੀਜੇ ਉਹ ਬੰਦ ਕਰਾ ਕੇ ਜਾਣ। ਇੱਦਾਂ ਚਾਹੁੰਦੇ ਆਪਾਂ। ਇਹ ਚੰਗੀ ਗੱਲ ਆ ਭਲਾ? ਇਹ ਆਪਾਂ ਸਾਡੇ ਅੰਦਰ ਇਨਸਾਨੀਅਤ ਨਾਂ ਦੀ ਭਲਾ ਕੋਈ ਚੀਜ਼ ਹੈਗੀ ਆ ਜਾਂ ਨਹੀਂ? ਸੰਸਾਰ ਜਿਹੜਾ ਹੈਗਾ ਗੁਰੂ ਪਿਆਰੋ ਇੱਕ ਸਰਾਂ ਆ, ਸਰਾਂ। ਅਸੀਂ 4 ਦਿਨ ਇੱਥੇ ਜ਼ਿੰਦਗੀ ਜੀਣ ਵਾਸਤੇ ਆਏ ਆ। 4 ਦਿਨ ਲਫ਼ਜ਼ ਵੀ ਮੇਰੇ ਮੂੰਹ ਨਿਕਲ ਗਿਆ। ਇੱਥੇ ਪਲ ਦਾ ਕੋਈ ਭਰੋਸਾ ਨਹੀਂ ਹੈਗਾ। ਕਹਿਣ ਨੂੰ ਆ ਵੈਸੇ ਚਲੋ ਆਪਾਂ ਕਹਿ ਦਿੰਦੇ ਹਾਂ ਵੀ ਗੱਲ ਜੀ ਬਣੀ, 4 ਦਿਨ ਜ਼ਿੰਦਗੀ ਜੀਣ ਵਾਸਤੇ ਆਏ ਆ। ਇਹ ਸਰਾਂ ਇੱਥੇ ਚਲੋ ਚਲੀ ਦਾ ਮੇਲਾ ਆ। ਸੋ ਮੈਂ ਆਸ ਕਰਦਾ ਕਿ ਆਪਾਂ ਸਾਰੇ ਜਾਣੇ ਜ਼ਰੂਰ ਕੋਸ਼ਿਸ਼ ਕਰਿਆ ਕਰੀਏ। ਅੱਜ ਤਕੜੇ ਆ, ਅੱਜ ਸਰੀਰ ਕੰਮ ਕਰਦਾ, ਅੱਜ ਬਰਦਾਸ਼ਤ ਦਾ ਮਾਦਾ ਹੈਗਾ, ਅੱਜ ਕੰਨ ਬਰਦਾਸ਼ਤ ਕਰਦੇ ਆ ਰੌਲਾ ਰੱਪਾ।
ਅੱਜ ਆ ਦਿਮਾਗ ਤੇ ਆ ਸਿਰ ਬਰਦਾਸ਼ਤ ਕਰਦਾ, ਸਾਰਾ ਕੁਝ ਬਰਦਾਸ਼ਤ ਕਰਦਾ ਅੱਜ। ਪਰ ਆਪਣੇ ਘਰਾਂ ਦੇ ਵਿੱਚ ਬਜ਼ੁਰਗ ਹੈਗੇ ਨੇ, ਛੋਟੇ ਮਾਸੂਮ ਬੱਚੇ ਹੈਗੇ ਨੇ। ਜਦੋਂ ਬਿਮਾਰ ਹੁੰਦਾ ਨਾ ਆਪਣਾ ਛੋਟਾ ਬੱਚਾ, ਉਦੋਂ ਫਿਰ ਚੇਤਾ ਆਉਂਦਾ ਵੀ ਮੈਂ ਕੀ ਕਰਦਾ ਸੀਗਾ ਤੇ ਅੱਜ ਮੇਰਾ ਬੱਚਾ ਬਿਮਾਰ ਆ ਘਰ ਦੇ ਵਿੱਚ ਤੇ ਹੁਣ ਅੱਜ ਮੈਨੂੰ ਤੰਗੀ ਹੋ ਰਹੀ ਹੈ। ਜਦੋਂ ਇੱਕ ਮਾਂ ਆਪਣੇ ਬੱਚੇ ਨੂੰ ਕੁੱਛੜ ਚੁੱਕ ਕੇ ਇੱਦਾਂ ਮੋਟਰਸਾਈਕਲ ਦੇ ਮਗਰ ਬਹਿ ਕੇ ਜਾਂਦੀ ਹੈ ਨਾ ਕਿਸੇ ਪਾਸੇ ਨੂੰ ਬਾਜ਼ਾਰ ਨੂੰ, ਤੇ ਉਸ ਵੇਲੇ ਜੇ ਆਪਣੇ ਬੱਚੇ ਦੇ ਉਹ ਡੋਰ ਫਿਰ ਜਾਵੇ ਚਾਈਨੀਜ਼, ਕੀ ਆਪਾਂ ਇਸ ਗੱਲ ਦੀ ਇੰਤਜ਼ਾਰ ਕਰਦੇ ਹਾਂ ਕਿ ਅਸੀਂ ਉਦੋਂ ਸੰਭਲਾਂਗੇ ਜਦੋਂ ਸਾਡਾ ਆਪਣਾ ਬੱਚਾ ਜਾਂ ਸਾਡਾ ਆਪਣਾ ਪੋਤੀ ਪੋਤਾ ਜਾਂ ਸਾਡੀ ਆਪਣੀ ਧੀ ਪੁੱਤ ਵੀ ਜਦੋਂ ਉਹਦੀ ਧੌਣ ਦੇ ਉੱਪਰ ਡੋਰ ਫਿਰੂਗੀ, ਕੀ ਅਸੀਂ ਉਦੋਂ ਸੰਭਲਾਂਗੇ? ਕੀ ਅਸੀਂ ਉਦੋਂ ਅਕਲ ਕਰਾਂਗੇ? ਮੈਂ ਆਸ ਕਰਦਾ ਕਿ ਅਸੀਂ ਇੱਕ ਸੱਭਿਅਕ ਮਨੁੱਖ ਹੋਣ ਦਾ ਸਬੂਤ ਦਈਏ, ਅਸੀਂ ਮਨੁੱਖ ਹੋਣ ਦਾ ਸਬੂਤ ਦਈਏ, ਅਸੀਂ ਇਨਸਾਨੀਅਤ ਨੈਤਿਕ ਕਦਰਾਂ ਕੀਮਤਾਂ ਦੀ ਕਦਰ ਕਰਨੀ ਜਾਣਦੇ ਹਾਂ। ਅਸੀਂ ਇਸ ਗੱਲ ਦਾ ਸਬੂਤ ਦਈਏ, ਅਸੀਂ ਸਾਬਤ ਕਰੀਏ ਕਿ ਅਸੀਂ ਚੰਗੇ ਨਾਗਰਿਕ ਹਾਂ। ਅਸੀਂ ਇਸ ਗੱਲ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰਕੇ ਵੇਖੀਏ। ਤੁਸੀਂ ਵੇਖੋ, ਤੁਹਾਨੂੰ ਵੀ ਚੰਗਾ ਲੱਗੂਗਾ। ਔਰ ਜਿਹੜੇ ਬੱਚੇ ਨੇ ਨਾ, ਉਹਨਾਂ ਨੂੰ ਆਦਤ ਪਾਈਏ ਕਿ ਬੱਚਿਓ ਉਹਨਾਂ ਚੀਜ਼ਾਂ ਨਾਲ ਖੇਡਣਾ ਹੈਗਾ, ਜਾਂ ਬੱਚਿਓ ਕੁਛ ਵੀ ਕਰਨ ਤੋਂ ਪਹਿਲਾਂ, ਕਿਸੇ ਵੀ ਤਰ੍ਹਾਂ ਦਾ ਇੰਜੋਏ ਕਰਨ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਕਰਨਾ ਕਿ ਤੁਹਾਡੇ ਉਸ ਮਨੋਰੰਜਨ ਦੀ ਵਜ੍ਹਾ ਕਰਕੇ ਕਿਸੇ ਹੋਰ ਨੂੰ ਤਕਲੀਫ ਤਾਂ ਨਹੀਂ ਹੋ ਰਹੀ। ਤੁਸੀਂ ਆਪਣੇ ਬੱਚੇ ਵਿੱਚ ਇਹ ਜੇ ਗੱਲ ਕੁੱਟ-ਕੁੱਟ ਕੇ ਭਰ ਦੋਗੇ ਨਾ, ਤਾਂ ਤੁਹਾਨੂੰ ਆਪਣੇ ਬੱਚਿਆਂ ਨੂੰ ਬਹੁਤ ਜ਼ਿਆਦਾ ਮਹਿੰਗੇ ਖਿਡੌਣੇ ਲੈ ਕੇ ਦੇਣ ਦੀ ਜ਼ਰੂਰਤ ਨਹੀਂ ਵੀ ਸਾਡਾ ਬੱਚਾ ਤਾਂ ਖੁਸ਼ ਹੋਊਗਾ। ਤੁਹਾਡਾ ਬੱਚਾ ਮਿੱਟੀ ਵਿੱਚ ਖੇਡ ਕੇ ਵੀ ਐਨ ਪੂਰੀ ਤਰ੍ਹਾਂ ਖੁਸ਼ ਹੋ ਜਾਊਗਾ। ਜੇ ਮੇਰੀ ਗੱਲ ਕਿਸੇ ਨੂੰ ਗਲਤ ਲੱਗਦੀ ਹੈ ਤਾਂ ਦੱਸ ਦਈਓ ਵੀ ਸੱਜਣ ਗਲਤ ਕਹਿੰਦਾ। ਆਪਣੇ ਅੰਦਰ ਝਾਤ ਮਾਰ ਕੇ ਵੇਖ ਲਓ, ਕਿੰਨੇ ਮਹਿੰਗੇ ਮੋਟੇ ਪੈਸੇ ਖਰਚ ਕਰਕੇ ਲਿਆਂਦੇ ਹੋਏ ਖਿਡੌਣੇ ਘਰਾਂ ਵਿੱਚ ਮਿਲਣਗੇ, ਪਰ ਬੱਚਿਆਂ ਦਾ ਬੂਥਾ ਫੇਰ ਵੀ ਨਹੀਂ ਸਿੱਧਾ ਹੁੰਦਾ। ਮੈਂ ਪਿਆਰ ਨਾਲ ਕਿਹਾ ਬੂਥਾ ਲਫ਼ਜ਼, ਕੋਈ ਗੁੱਸਾ ਨਾ ਕਰਿਓ, ਮੇਰੇ ਆਪਣੇ ਘਰ ਵਿੱਚ ਵੀ ਬੱਚੀ ਹੈ, ਮੈਂ ਪਿਆਰ ਨਾਲ ਆਖਿਆ ਬੂਥਾ ਲਫ਼ਜ਼, ਮੈਂ ਹੋਰ ਤਰ੍ਹਾਂ ਨਹੀਂ ਆਖਿਆ ਹੈਗਾ। ਝਾਤ ਮਾਰ ਕੇ ਵੇਖੀਏ, ਨਹੀਂ ਮਿਲਦੀ। ਸੱਚੀ ਖੁਸ਼ੀ ਤੇ ਸੱਚਾ ਸਕੂਨ ਉਦੋਂ ਹੀ ਮਿਲਦਾ ਹੈਗਾ ਜਦੋਂ ਅਸੀਂ ਬਿਲਕੁਲ ਆਪਣੇ ਬੱਚੇ ਨੂੰ ਇਸ ਗੱਲ ਦੀ ਆਦਤ ਪਾ ਕੇ ਰੱਖਦੇ ਹਾਂ ਕਿ ਬੱਚਿਓ, ਦੂਜਿਆਂ ਦਾ ਖਿਆਲ ਰੱਖੋ, ਉੱਦਾਂ ਦਾ ਕੰਮ ਕਰੋ ਜਿਹਦੇ ਨਾਲ ਕਿਸੇ ਨੂੰ ਵੀ ਤਕਲੀਫ ਨਾ ਹੋਵੇ, ਉੱਦਾਂ ਦੀਆਂ ਖੇਡਾਂ ਖੇਡੋ ਜਿਹਦੇ ਨਾਲ ਲੋਕਾਂ ਦੀਆਂ ਜਾਨਾਂ ਨਾ ਜਾਣ। ਜਾਨਾਂ ਤੱਕ ਵੀ ਜਾ ਰਹੀਆਂ ਨੇ। ਆਸ ਕਰਦੇ ਹਾਂ ਕਿ ਅਸੀਂ ਜ਼ਰੂਰ ਇਹਨਾਂ ਗੱਲਾਂ ਦਾ ਧਿਆਨ ਕਰਦਿਆਂ ਹੋਇਆਂ ਇੱਕ ਸੱਭਿਅਕ ਮਨੁੱਖ ਹੋਣ ਦਾ ਸਬੂਤ ਛੱਡ ਕੇ ਜਾਵਾਂਗੇ ਆਪਣੇ ਪਿੱਛੇ ਜਦੋਂ ਇਸ ਦੁਨੀਆ ਤੋਂ ਰੁਖਸਤ ਹੋਵਾਂਗੇ। ਬਹੁਤ ਬਹੁਤ ਧੰਨਵਾਦ।